जी अस्सलाम वालेकुम दोस्तों, मैं हूं अमजद मलिक और एक खूबसूरत टॉपिक के साथ आपकी खिदमत में हाजिर। अमर डोगर साहब के फार्म पे आए हैं जी। हमने कुछ दिन पहले एक वीडियो बनाई थी, उसमें हमने मेथरे और घी और कुछ चीज़ें डाल के वो एक हमने मुरक्कब बनाया था और तकरीबन बड़ी लंबी वीडियो बनी थी। उसमें बहुत सारे दोस्तों ने सवाल किए हैं, तो मैंने कहा कि वो सवाल जो है अमर डोगर साहब के साथ रखते हैं जी, और आज हम इस वीडियो में आप दोस्तों के सवालों के जवाब देते हैं जी। अमर डोगर साहब अस्सलाम वालेकुम। वालेकुम अस्सलाम अमजद भाई, की हाल चाल सब? अल्हम्दुलिल्लाह, शुक्र अल्लाह पाक दा। अमर डोगर साहब, वो सवाल तुसी भी देखे ने जी अमजद ते भाई, मैं सवाल नोट भी ਕੀਤਾ ਸੀ ਤੇ ਜੀ। ਮੈਂ ਦੋਸਤਾਂ ਨੂੰ ਜਿਨ੍ਹਾਂ ਤੇ ਮੈਨੂੰ ਵਾਇਸ ਮੈਸੇਜ ਕੀਤਾ ਉਹਨਾਂ ਤੇ ਮੈਂ ਰਿਪਲਾਈ ਕਰ ਦਿੱਤਾ ਸੀ, जी जी ਲੇਕਿਨ ਮੈਂ ਡਿਟੇਲ ਦੇ ਨਾਲ ਦੋਸਤਾਂ ਨੂੰ ਸਾਰਾ ਸਮਝਾ ਦੇਣਾ ਵਾ। जी ਅਸੀਂ ਘਿਓ ਬਣਾਇਆ, ਦੋਸਤਾਂ ਨੇ ਉਸ ਵੀਡੀਓ ਨੂੰ ਦੇਖਿਆ, ਅਲਹਮਦੁਲਿਲਾ ਬਹੁਤ ਜ਼ਿਆਦਾ ਦੋਸਤਾਂ ਨੇ ਦੇਖਿਆ। ਜਿੰਨੇ ਦੋਸਤਾਂ ਨੇ ਪਾਕਿਸਤਾਨ 'ਚ ਦੇਖਿਆ ਉਸ ਦੇ ਨਾਲੋਂ ਜ਼ਿਆਦਾ ਦੋਸਤਾਂ ਨੇ ਅਦਰ ਕੰਟਰੀਜ਼ 'ਚ जी ਦੇਖਿਆ। तकरीबन 38,000 लोगों ने वीडियो देखी है जी। ਹਾਂਜੀ, ਉਹ ਮੈਨੂੰ ਮਤਲਬ ਕਿ ਦੂਸਰੇ ਮੁਲਕਾਂ ਦੇ ਵਿੱਚੋਂ ਵੀ WhatsApp ਤੇ ਕਾਲਾਂ ਆਈਆਂ ਨੇ, ਮੈਸੇਜ ਵੀ ਆਏ ਨੇ, ਮੈਂ ਉਹਨਾਂ ਨੂੰ ਰਿਪਲਾਈ ਕੀਤਾ ਹੈ। ਦੋਸਤਾਂ ਦਾ ਜਿਹੜਾ ਸਭ ਤੋਂ ਪਹਿਲਾਂ ਅਮਜਦ ਇੱਕ ਸਵਾਲ ਹੈ, ਬਰਾਏ ਮਿਹਰਬਾਨੀ ਇਸ ਸਵਾਲ ਦਾ ਤੇ ਆਪਣੇ ਜਵਾਬ ਨੋਟ ਕਰ ਲੈਣ। ਤਕਰੀਬਨ ਹਰ ਬੰਦੇ ਦਾ ਇਹ ਸਵਾਲ ਹੈ। ਦੁਬਾਰਾ ਅਸੀਂ ਇਸ ਟੌਪਿਕ ਤੇ ਨਾ ਕਿਸੇ ਨੂੰ ਰਿਪਲਾਈ ਕਰਾਂਗੇ जी जी ਕਿਉਂਕਿ ਅਮਜਦ ਭਾਈ ਟੌਪਿਕ ਚੇਂਜ ਹੋਣਾ ਚਾਹੀਦਾ ਨਾ। चेंज होना चाहिए बिल्कुल। ਦੇਖੋ, ਪਹਿਲੇ ਨੰਬਰ ਦੋਸਤਾਂ ਨੇ ਸਵਾਲ ਕੀਤਾ ਹੈ ਜੀ, ਅਸੀਂ ਗੱਭਣ ਬੱਕਰੀਆਂ ਨੂੰ ਦੇ ਸਕਨੇ ਆ? ਅਮਜਦ ਭਾਈ, ਗੱਭਣ ਬੱਕਰੀਆਂ ਨੂੰ ਇਹ ਇੰਨਾ ਕੁ ਫਾਇਦਾ ਦੇਗਾ, ਇੰਨਾ ਕੁ ਫਾਇਦਾ ਦੇਗਾ। ਨਾਰਮਲੀ ਤੁਸੀਂ ਦੇਖਿਆ ਜਾਨਵਰਾਂ ਨੂੰ ਡਿਲੀਵਰੀ ਦੇ ਵਿੱਚ ਬਹੁਤ ਪ੍ਰੋਬਲਮ ਹੁੰਦੀ ਹੈ। ਸਮ ਟਾਈਮ ਐਸਾ ਹੁੰਦਾ ਕਿ ਹੱਥ ਪਾ ਕੇ ਬੱਚਾ ਬਾਹਰ ਕੱਢ ਦੇਣ। बिल्कुल कर देना इससे ਇਨਸ਼ਾਅੱਲਾ ਜਿਹੜੇ ਜਾਨਵਰ ਮਹੀਨਾ ਡੇਢ ਮਹੀਨਾ ਘਿਓ ਚਲਾ ਜਾਏਗਾ, ਬੱਕਰੀ ਇਨਸ਼ਾਅੱਲਾ ਤਾਂ ਆਪ ਡਿਲੀਵਰ ਕਰੇਗੀ। क्या बात है। ਇਮਿਊਨਿਟੀ ਵਧੇਗੀ, ਬੱਕਰੀ ਆਪਣਾ weight ਡਿਲੀਵਰ ਕਰਨ ਤੋਂ ਬਾਅਦ ਵੀ ਇਨਸ਼ਾਅੱਲਾ ਨਹੀਂ ਤੋੜੇਗੀ। ठीक है। ਥਾਨ ਉਹਦੇ ਨਰਮ ਰਹਿਣਗੇ, ਥਾਨ ਇਕਵਲ ਰਹਿਣਗੇ ਉਹਦੇ। अच्छा, ਦੁੱਧ ਇਨਸ਼ਾਅੱਲਾ ਬੱਕਰੀ ਇੰਨਾ ਕੁ ਬਣਾਏਗੀ ਕਿ ਬੱਚੇ ਵੀ ਰੱਜ ਕੇ ਪੀ ਲੈਣ ਤੇ 2 ਟਾਈਮ ਦੀ ਅਗਲੇ ਚਾਹ ਵੀ ਆਪਣੇ ਘਰ ਬਣਾ ਕੇ ਪੀ ਲੈਣ। क्या बात है, ज़बरदस्त जी। अमर डोगर साहब ज़बरदस्त हो ਉਸ गया। ਤੋਂ ਇਲਾਵਾ ਇੱਕ ਸਵਾਲ ਹੈ ਸੀ ਕਿ ਜੀ ਕਿਆ ਅਸੀਂ ਇਹ ਛੋਟੇ ਬੱਚਿਆਂ ਨੂੰ ਦੇ ਸਕਦੇ ਹਾਂ? अच्छा। ਅਮਜਦ ਭਾਈ, 1 ਮਹੀਨੇ ਤੋਂ ਲੈ ਕੇ ਆਖਰੀ ਹੱਦ ਤੱਕ ਬਰੀਡਰ ਜਿਹੜਾ ਚਲਾ ਜਾਂਦਾ ਹੈ, अच्छा ਇਹ ਤੁਸੀਂ ਉਹਨਾਂ ਤੇ ਅਪਲਾਈ ਕਰ ਸਕਦੇ ਹੋ। ਇੱਕ ਅੱਛਾ ਬਰੀਡਰ ਇਸ ਘਿਓ ਤੋਂ ਬਗੈਰ ਤਿਆਰ ਨਹੀਂ ਹੋ ਸਕਦਾ। नहीं हो सकता। अच्छा ਮੈਂ ਆਪਣੇ ਜਾਨਵਰਾਂ ਨੂੰ 1 ਮਹੀਨਾ ਮੈਨੂੰ ਜੇ ਘਿਓ ਦਿੰਦੇ ਹੋਇਆ, ਹਕੀਕਤ ਗੱਲ ਜੇ ਤੁਸੀਂ ਇਹ ਕਹਿ ਲਓ ਕਿ ਮੇਰੇ ਜਾਨਵਰਾਂ ਵਾਸਤੇ ਹੈ ਜਿਹੜਾ ਘਿਓ ਜੇ, ਇਹ ਤੁਸੀਂ ਕਹਿ ਲਓ ਕਿ ਇੱਕ ਉਹਨਾਂ ਦੀ ਜ਼ਿੰਦਗੀ ਬਦਲਣ ਵਾਲਾ ਸਾਬਤ ਹੋਇਆ। ਬਦਲਣ ਵਾਲਾ। ਦੇਖੋ ਨਾ ਜੀ, ਇਹ ਮੈਂ ਤੁਹਾਨੂੰ ਉਸੇ ਵੀਡੀਓ ਦੇ ਵਿੱਚ ਜਾਨਵਰ ਵੀ ਦਿਖਾ ਦਿੰਦਾ। ਦੇਖੋ ਨਾ ਭਾਈਜਾਨ, ਇਹ ਚੀਜ਼ਾਂ ਪ੍ਰੈਕਟੀਕਲੀ ਯੂਜ਼ ਹੁੰਦੀਆਂ ਨੇ। ਫਿਰ ਤੁਹਾਨੂੰ ਦੱਸਦੇ ਹਾਂ ਅਸੀਂ ਕਿਉਂ ਦੱਸਦੇ ਹਾਂ ਕਿ ਤਾਂ ਕਿ ਤੁਹਾਡਾ ਵੀ ਫਾਇਦਾ ਹੋ ਜਾਵੇ ਜੀ। ਅਮਰ ਸਾਹਿਬ ਇੱਥੇ ਆਓ। ਅੱਛਾ ਅਮਰ ਭਾਈ, ਉਹਦੇ ਵਿੱਚ ਅਸੀਂ ਕੀ ਲਵਾਜ਼ਮਾਤ ਪਾਈ ਸੀ, ਸਿਰਫ ਮੁਖਤਸਰ ਦੱਸਣਾ ਹੈ ਬਸ। ਭਾਈ ਉਹਦੇ ਚ ਅਸੀਂ ਪਾਇਆ ਸੀ ਜੇ 5 ਕਿਲੋ ਘਿਓ ਸੀ, ਅੱਛਾ 50 ਗ੍ਰਾਮ ਸੀ ਦਾਲਚੀਨੀ, ਹਾਂ ਹਾਂ 50 ਗ੍ਰਾਮ ਸੀ ਜੇ ਮੋਟੀ ਇਲਾਇਚੀ, ਠੀਕ ਹੈ, ਠੀਕ ਹੈ, ਮੇਥਰੇ ਸੀ, ਤੇ ਅੱਧਾ ਕਿਲੋ ਮੇਥਰੇ ਸੀ ਜੇ, ਠੀਕ ਹੈ, 1 ਕਿਲੋ ਗੁੜ ਦਾ ਸੀਰਾ ਬਣਾਇਆ ਸੀ। ਠੀਕ। ਇਹ ਬਣਾ ਕੇ ਅਸੀਂ ਜਾਨਵਰਾਂ ਨੂੰ ਦਿੱਤਾ ਸੀ। ਦੇਖੋ ਅਮਜਦ ਭਾਈ, ਇਹ ਜਿਨ੍ਹਾਂ ਨੂੰ ਦਿੱਤਾ ਜਾ ਸਕਦਾ ਹੈ ਹੁਣ ਇਹ ਸੁਣ ਲਵੋ। ਬੱਕਰੀ ਦੇ ਬੱਚੇ, ਬੱਕਰੇ ਦੇ, ਠੀਕ ਹੈ, ਹਰ ਕਿਸਮ ਦੇ ਬੱਕਰੇ, ਬੈਂਸਾਂ, ਵੱਛੇ, ਕੱਟੇ, ਠੀਕ ਹੈ। ਯਾਨੀ ਕਿ ਲਾਈਵ ਸਟਾਕ ਦੇ ਵਿੱਚ ਜਿਹੜਾ ਐਨੀਮਲ ਆਉਂਦਾ ਹੈ ਨਾ, ਅੱਛਾ ਦੁੱਧ ਵਾਲਾ ਜਾਨਵਰ, ਗੋਸ਼ਤ ਵਾਲਾ ਜਾਨਵਰ, ਇਹ ਹਰ ਜਾਨਵਰ ਨੂੰ ਦਿੱਤਾ ਜਾ ਸਕਦਾ ਹੈ। ਸਰਦੀਆਂ ਨੇ ਇਹ ਆਪਣੇ ਜਾਨਵਰਾਂ ਨੂੰ ਰੈਗੂਲਰ ਦਿਓਗੇ ਇਨਸ਼ਾਅੱਲਾ ਤਾਲਾ। ਮੇਰੇ ਮਾਲਕ ਨੂੰ ਚਾਹੀਦਾ 1 ਮਹੀਨੇ ਦੇ ਵਿੱਚ ਵਿੱਚ, ਠੀਕ ਹੈ। ਅੱਜ ਤੁਸੀਂ ਆਪਣੇ ਬੱਕਰਿਆਂ ਦਾ ਵਜ਼ਨ ਕਰ ਲਵੋ, ਅੱਛਾ। ਮਹੀਨੇ ਬਾਅਦ ਦੁਬਾਰਾ ਫਿਰ ਕਰ। ਇਹ ਰੋਜ਼ਾਨਾ ਦੇਣਾ ਸੀ ਅਮਜਦ ਭਾਈ ਦੇਖੋ, ਇਹਦੇ ਵਿੱਚ 2 ਚੀਜ਼ਾਂ ਹੁੰਦੀਆਂ ਨੇ। ਤੁਸੀਂ ਅਗਰ ਆਪਣੇ ਬੱਕਰੇ ਨੂੰ ਅਗਰ ਅੱਜ ਤੁਸੀਂ ਘਿਓ ਦਿੱਤਾ ਹੈ ਨਾ, ਅਗਲੇ ਦਿਨ ਤੁਹਾਡੇ ਜਾਨਵਰ ਨੇ ਫੋਸੀ ਮਾਰ ਦਿੱਤੀ ਹੈ ਪਤਲੀ, ਅੱਛਾ, ਤੁਸੀਂ ਨਾਗਾ ਕਰ ਦਿਓ, ਨਾਗਾ ਕਰ ਦੋ, ਠੀਕ ਹੈ। ਅਗਲੇ ਦਿਨ ਤੁਸੀਂ ਥੋੜੀ ਘੱਟ ਮਿਕਦਾਰ 'ਚ ਦਿਓ ਤੇ ਰੈਗੂਲਰ ਦਿੰਦੇ ਰਹੋ, ਠੀਕ ਹੈ, ਲੇਕਿਨ ਜਦੋਂ ਜਾਨਵਰਾਂ ਨੂੰ ਘਿਓ ਜਾਂਦਾ ਹੈ ਨਾ, ਜਾਨਵਰ ਫੋਸੀ ਮੋਟੀ ਪਤਲੀ ਕਰਦੇ ਰਹਿੰਦੇ, ਠੀਕ ਹੈ, ਕਿਉਂਕਿ ਮੈਦੇ ਦੇ ਅੰਦਰ ਜਾਂਦਾ ਹੈ ਤੇ ਉਹ ਇਹਦਾ ਵੈਸੇ ਹੁੰਦਾ ਜਾਨਵਰ ਉਗਾਲੀ ਲੇਟ ਕਰਦਾ ਜਾਂ ਕੋਈ ਮਸਲਾ ਹੁੰਦਾ। ਲੇਕਿਨ ਇਨਸ਼ਾਅੱਲਾ ਜਿਹੜਾ ਮੇਰਾ ਨੁਕਸਾ ਹੈ ਨਾ, ਇਹ ਨੁਕਸਾ ਦੇਣ ਤੋਂ ਬਾਅਦ ਚੋ ਗਿਣਤੀ ਦੇ 5 ਮਿੰਟ ਤੋਂ ਬਾਅਦ ਤੁਹਾਡਾ ਬੱਕਰਾ ਉਗਾਲੀ ਪਾਏਗਾ, ਭਾਵੇਂ ਹੱਥ ਭਰਾਈ ਵਾਲਾ ਤੇ ਭਾਵੇਂ ਮੂੰਹ ਸਿਰ ਵਾਲਾ। ਤਕਰੀਬਨ ਇਹ ਜਿਹੜਾ ਸੀ ਨੁਸਖਾ ਤਿਆਰ ਕੀਤਾ ਸੀ, ਇਹ ਵੀ ਇੱਕ ਦੋਸਤ ਨੇ ਪੁੱਛਿਆ ਸੀ, ਇਹ ਤਕਰੀਬਨ ਅਗਰ ਤੁਹਾਡੇ ਕੋਲ 5 ਬੱਕਰੇ ਨੇ, ਇਹ ਕਿੰਨੇ ਪੈਸੇ 'ਚ ਨੁਸਖਾ ਤਿਆਰ ਹੋ ਜਾਂਦਾ ਜੀ? ਅਮਜਦ ਭਾਈ ਦੇਖੋ, ਮੇਰੀ ਗੱਲ ਸੁਣ, ਤੁਸੀਂ ਜਿੰਨਾ ਵੀ ਬਣਾਉਣਾ ਹੈ ਨਾ, ਤੁਹਾਨੂੰ ਤਾਂ ਫਾਇਦਾ ਹੀ ਹੋਣਾ, ਠੀਕ ਹੈ, ਇਹ ਖਰਾਬ ਨਹੀਂ ਹੋਣਾ, ਠੀਕ ਹੈ। ਮਤਲਬ ਤੁਸੀਂ ਅਗਰ ਬਣਾਇਆ ਨਾ ਤੇ ਤੁਹਾਡਾ ਵੱਧ ਗਿਆ ਨਾ, ਤੁਸੀਂ ਸੇਵ ਕਰ ਲੋਗੇ, ਸਾਲ ਦੇ ਦਿਓ, ਬਿਲਕੁਲ ਇਸ ਤਰ੍ਹਾਂ ਕੁਝ ਵੀ ਨਹੀਂ ਹੁੰਦਾ। ਅਗਰ ਤੁਹਾਡੇ ਕੋਲ ਅਗਰ 5 ਜਾਨਵਰ ਨੇ, ਤੁਸੀਂ 5 ਕਿਲੋ ਬਣਾ ਲਵੋ। ਮੇਰੇ ਹਿਸਾਬ ਨਾਲ ਇੱਕ ਬੱਕਰੇ ਨੂੰ ਸਰਦੀਆਂ 'ਚ 5-5 ਕਿਲੋ ਘਿਓ ਜਾਣਾ ਚਾਹੀਦਾ। ਇਹ ਤਕਰੀਬਨ ਮੈਂ ਕਹਿ ਰਿਹਾ ਕਿ ਕਿੰਨੇ ਪੈਸੇ 'ਚ ਇਹ ਫਾਰਮੂਲਾ ਤਿਆਰ ਹੋ ਜਾਂਦਾ ਹੈ? ਅੰਦਾਜ਼ਾ ਬੜਾ ਹਲਕਾ ਜਿਹਾ ਮੇਰੇ ਜਾਨ 'ਚ ਸੀ। 550-600 ਰੁਪਏ ਕਿਲੋ ਘਿਓ, ਠੀਕ ਹੈ। 5000 ਤੋਂ ਬਹੁਤ ਥੱਲੇ ਬਣ ਜਾਏਗਾ, 4000 ਤੋਂ ਥੱਲੇ ਬਣ ਜਾਣਾ ਹੈ, ਠੀਕ ਹੈ। ਹਾਂਜੀ, 4-5 ਜਾਨਵਰ ਨੂੰ ਤੁਸੀਂ 5 ਕਿਲੋ ਘਿਓ ਦੇ ਦਿੱਤਾ ਨਾ, ਤੁਸੀਂ ਉਹਦੇ ਕੋਲ ਇਨਸ਼ਾਅੱਲਾ 20-25 ਕਿਲੋ ਵਜ਼ਨ ਵੀ ਵੱਧ ਲੈਣਾ। ਅੱਛਾ, ਜ਼ਬਰਦਸਤ ਹੋ ਗਿਆ। ਅੱਛਾ, ਇਸ ਤੋਂ ਇਲਾਵਾ ਕੋਈ ਜ਼ਹਿਨ 'ਚ ਤੁਹਾਡਾ ਕੋਈ ਸਵਾਲ ਕੋਈ ਦੋਸਤ ਨੇ ਕੀਤਾ ਜਿਹੜਾ ਮੇਰੇ ਜ਼ਹਿਨ 'ਚ ਨਹੀਂ ਆ ਰਿਹਾ? ਅਮਰ ਸਾਹਿਬ ਇਸ ਟੌਪਿਕ ਦਾ ਹਵਾਲੇ ਨਾਲ ਸੀ ਕਿ ਜੀ ਅਸੀਂ ਜਿਹੜਾ ਨਾ
ਅੱਛਾ ਬਰੀਡਰ ਤਿਆਰ ਕਰਨਾ ਚਾਹ ਰਹੇ ਹਾਂ ਕਿ ਅਸੀਂ ਉਹਨੂੰ ਘਿਓ ਦੇ ਸਕਦੇ ਹਾਂ ਕਿ ਨਹੀਂ। ਅੱਛਾ ਵਾਜ਼ੇ ਤੌਰ ਤੇ ਦੋਸਤ ਨੇ ਗੱਲ ਦੱਸ ਦਿੱਤੀ ਹੈ ਕਿ ਅਗਰ ਤੁਸੀਂ ਆਪਣੇ ਜਾਨਵਰ ਨੂੰ ਗੰਦਮ ਦੇ ਰਹੇ ਹੋ ਅੱਛਾ ਤੇ ਤੁਸੀਂ ਨਾਲ ਅਗਰ ਉਹਨੂੰ ਇਹ ਘਿਓ ਦੇ ਰਹੇ ਹੋ ਨਾ, ਠੀਕ ਹੈ ਇਨਸ਼ਾਅੱਲਾ 1 ਮਹੀਨੇ ਬਾਅਦ ਜਿਹੜਾ ਬੰਦਾ ਤੁਹਾਡੇ ਜਾਨਵਰ ਨੂੰ ਆ ਕੇ ਦੁਬਾਰਾ ਦੇਖੇਗਾ ਨਾ, ਤੁਸੀਂ ਡੇਲੀ ਦੇਖ ਰਹੇ ਹੋ ਤੁਹਾਨੂੰ ਫਰਕ ਨਹੀਂ ਲੱਗਣਾ ਜੀ। ਜਿਹੜਾ ਮਹੀਨੇ ਬਾਅਦ ਦੁਬਾਰਾ ਆਏਗਾ ਨਾ, ਹਾਂ ਉਹਨੂੰ ਜ਼ਮੀਨ ਆਸਮਾਨ ਦਾ ਫਰਕ ਲੱਗੇਗਾ। ਜ਼ਬਰਦਸਤ ਹੋ ਗਿਆ। ਤੇ ਇਹਨੂੰ ਇਸ ਨੁਕਸੇ ਨੂੰ ਅਮਜਦ ਭਾਈ ਲੋਕੀ ਫੀ ਸਬੀਲਿਲ੍ਲਾਹ ਲੋਕਾਂ ਨੂੰ ਦੱਸਣ। ਇਹ ਜਿਹੜੀ ਵੀਡੀਓ ਅਸੀਂ ਬਣਾਉਂਦੇ ਆ ਨਾ ਜੀ ਅਮਜਦ ਭਾਈ, ਦੇਖੋ ਕਿਸੇ ਕਿਸਮ ਦਾ ਮੈਨੂੰ ਅੱਲਾ ਜਾਣਦਾ ਕੋਈ ਲਾਲਚ ਨਹੀਂ ਹੈ, ਤੁਹਾਨੂੰ ਇਸੇ ਕੋਈ ਲਾਲਚ ਬਿਲਕੁਲ ਇਸੇ ਤਰ੍ਹਾਂ ਬਿਲਕੁਲ ਠੀਕ ਹੈ ਨਾ। ਤੁਸੀਂ ਕਿੱਥੋਂ ਮੇਰੇ ਕੋਲ ਤੁਰਦੇ ਹੋ, ਤੁਸੀਂ ਮੇਰੇ ਕੋਲ ਆਉਂਦੇ ਹੋ ਕੋਈ ਰੁਪਈਆ 1000 ਖਰਚਾ ਕਰਕੇ ਆਉਂਦੇ ਹੋ, ਬਿਲਕੁਲ ਮੈਨੂੰ ਪਤਾ ਚੱਲਦਾ ਜੀ। ਇਸ ਚੀਜ਼ ਦਾ। ਦੋਸਤਾਂ ਨੂੰ ਉਹਦਾ ਫਾਇਦਾ ਹੈ ਨਾ। ਅਮਰ ਡੋਗਰ ਸਾਹਿਬ ਯਕੀਨ ਕਰੋ ਗੱਲਾਂ ਦੇ ਵਿੱਚ ਗੱਲ ਆ ਗਈ ਹੈ ਕਿ ਲੋਕ ਕਹਿੰਦੇ ਨੇ ਜੀ ਇਹ ਮਲਕ ਅਮਜਦ ਜੀ ਕਮਿਸ਼ਨ ਲੈਂਦਾ। ਮੈਂ ਕਹਿਣਾ ਜੀ ਬਜਾਨ ਮੈਂ ਵੀਡੀਓ ਹਾਲੀ ਬਣਾਵਾਂਗਾ, ਮੈਂ ਥੋੜਾ ਜਿਹਾ ਬਿਜ਼ੀ ਹਾਂ ਬਈ ਯਾਰ। ਮੈਂ ਕਿਸ ਚੀਜ਼ ਦਾ ਕਮਿਸ਼ਨ ਤੁਹਾਡੇ ਕੋਲ, ਮੈਂ ਅਮਰ ਡੋਗਰ ਸਾਹਿਬ ਅੱਜ ਤੱਕ ਕੋਈ ਮੇਰਾ ਅੱਲਾ ਜਾਣਦਾ ਜੇ। ਦੇਖੋ ਜੀ ਜੀ ਕਿਸੇ ਬੰਦੇ ਦੀ ਅਗਰ ਕੋਈ ਕੁਆਲਿਟੀ ਹੈ ਤਾਂ ਦੱਸਣੀ ਚਾਹੀਦੀ ਹੈ। ਮੈਂ ਹਲਫਨ ਨੇ ਗੱਲ ਕਰਨਾ ਵਾ ਜੀ, ਜਿਹੜੀ ਗੱਲ ਦਾ ਹਲਫ ਹੋਵੇ ਉਹ ਗੱਲ 'ਚ ਗਲਤ ਬਿਆਨੀ ਨਹੀਂ। ਗਲਤ ਬਿਆਨੀ ਨਹੀਂ ਹੋ ਸਕਦੀ ਬਿਲਕੁਲ। ਅਮਜਦ ਭਾਈ ਨੂੰ ਅਗਰ ਕਦੀ ਚਾਹ ਦਾ ਕੱਪ ਵੀ ਪੀਤਾ ਤਾਂ ਮੈਂ ਜ਼ਬਰਦਸਤੀ ਪਿਆਇਆ। ਹਾਂਜੀ ਅਮਜਦ ਭਾਈ ਨੇ ਕਦੀ ਮੇਰੇ ਕੋਲੋਂ ਚਾਹ ਦਾ ਕੱਪ ਵੀ ਦਿਲੋਂ ਨਹੀਂ ਪੀਤਾ। ਅਮਜਦ ਭਾਈ ਉਸੇ ਮੇਰੇ ਆਏ ਨੇ ਮੇਰੇ ਬੰਦਿਆਂ ਨੂੰ, ਬਲਕਿ ਇਹ ਨਾਸ਼ਤੇ ਵਾਸਤੇ ਪੈਸੇ ਦੇ ਕੇ ਗਏ। ਬਸ ਇਸ ਮੁਹੱਬਤ ਹੈ ਬਿਲਕੁਲ। ਅਮਜਦ ਭਾਈ ਤੁਸੀਂ ਸਾਡੇ ਕੋਲੋਂ ਕੀ ਇੱਕ ਮਸਾਲੇ ਖਾਣਾ ਪੀਣਾ, ਹਾਂਜੀ ਇਹ ਜਿਹੜੀਆਂ ਗੱਲਾਂ ਅਸੀਂ ਦੋਸਤਾਂ ਨੂੰ ਦੱਸਨੇ ਆ ਨਾ, ਜੀ ਇਹ ਗੱਲਾਂ ਸਿੱਖਣ ਵਾਸਤੇ ਅੱਲਾ ਜਾਣਦਾ ਜੇ ਸਾਰਾ ਦਿਨ ਅੱਲਾ ਦੀ ਕਸਮ ਲੋਕਾਂ ਦੇ ਘਰਾਂ ਦੇ ਬਾਹਰ ਬੈਠੇ ਰਹੀਦਾ ਹੈ। ਬਿਲਕੁਲ ਇਸ ਤਰ੍ਹਾਂ। ਅੱਜ ਲੋਕਾਂ ਨੂੰ ਫ੍ਰੀ ਦੱਸਨੇ। ਤੁਹਾਡੀ ਇੱਕ ਵੀਡੀਓ ਤੇ ਇੱਕ ਦੋਸਤ ਨੇ ਕਮੈਂਟਸ ਕੀਤੇ ਸਨ, ਤੁਸੀਂ ਮੈਨੂੰ ਉਹਦਾ ਸ਼ੇਅਰ ਵੀ ਕੀਤਾ ਸੀ, ਯਾਦ ਹੈ? ਉਹਦਾ ਨਾਮ ਨਹੀਂ ਮੈਨੂੰ ਪਤਾ। ਉਹਨੇ ਕਿਹਾ ਜੀ ਅਗਰ ਆਮਰ ਡੋਗਰ ਸਾਹਿਬ ਕਿਸੇ ਜਾਨਵਰ ਦਾ ਇਲਾਜ ਕਰਾਂਗੇ ਤਾਂ ਜਾਨਵਰ ਡੈਫੀਨਿਟਲੀ ਮਰੇਗਾ। ਅੱਛਾ ਭਾਜੀ ਦੇਖੋ ਜ਼ਿੰਦਗੀ ਲੰਮੀ ਕਰਨੀ ਨਾ ਕਰਨੀ ਅੱਲਾ ਤਾਲਾ ਦੇ ਹੱਥ ਦੇ ਵਿੱਚ। ਬੇਸ਼ੱਕ ਇਸ ਤਰ੍ਹਾਂ। ਅੱਜ ਅਗਰ ਉਸੇ ਬੰਦੇ ਨੂੰ ਹਾਰਟ ਅਟੈਕ ਹੋ ਜੇ, ਉਹ ਡਾਕਟਰ ਦੇ ਕੋਲ ਜਾਏ। ਹਾਂਜੀ ਮੈਂ ਉਸ ਭਾਈ ਨੂੰ ਵਾਜ਼ਿਹ ਤੌਰ ਤੇ ਪੁਆਇੰਟ ਆਊਟ ਕਰ ਰਿਹਾ, ਭਾਈ ਜਾਨ ਅਗਰ ਤੁਹਾਨੂੰ ਹਾਰਟ ਅਟੈਕ ਹੋ ਜੇ, ਤੁਹਾਨੂੰ ਚੁੱਕ ਕੇ ਡਾਕਟਰ ਕੋਲ ਆਈਏ ਕਿ ਡਾਕਟਰ ਤੁਹਾਨੂੰ ਮਾਰਨ ਵਾਸਤੇ ਤੁਹਾਡਾ ਇਲਾਜ ਕਰੇਗਾ? ਬਿਲਕੁਲ ਨਹੀਂ, ਉਹ ਤੁਹਾਨੂੰ ਬਚਾਉਣ ਵਾਸਤੇ ਤੁਹਾਡਾ ਇਲਾਜ ਬਿਲਕੁਲ ਇਸ ਤਰ੍ਹਾਂ। ਮੈਨੂੰ ਸਿਰਫ ਉਹ ਬੰਦਾ ਇਹ ਗੱਲ ਦੱਸੇ। ਉਹਨੇ ਕਿਹਾ ਜੀ ਆਮਰ ਡੋਗਰ ਦੇ ਜਾਨਵਰ ਬੜੇ ਮਹਿੰਗੇ ਨੇ। ਅਮਜਦ ਵੀ ਮੈਨੂੰ ਇੱਕ ਗੱਲ ਦੱਸੋ, ਕਦੀ ਕਿਸੇ ਨੂੰ ਇਹ ਗੱਲ ਸੀ ਆਪਣੀ ਵੀਡੀਓ ਕਿ ਸਾਡੇ ਕੋਲ ਆ ਕੇ ਜਾਨਵਰ ਖਰੀਦੋ? ਨਹੀਂ ਨਹੀਂ ਬਿਲਕੁਲ ਇਸ ਤਰ੍ਹਾਂ, ਬਿਲਕੁਲ ਨਹੀਂ। ਅੱਲਾ ਜਾਣਦਾ ਜੇ ਮੈਨੂੰ ਲੋਕ ਫੋਨ ਕਰਦੇ ਨੇ ਕਿ ਵੀਡੀਓ ਭੇਜੋ, ਤੇ ਮੈਂ ਅਗਰ ਪਤਾ ਕੀ ਨਾ ਭਾਜੀ ਉੱਥੇ ਜਾ ਕੇ ਲਾਈਵ ਵਿਜ਼ਿਟ ਕਰੋ, ਜਿਹੜਾ ਜਾਨਵਰ ਪਸੰਦ ਹੈ ਹਾਂਜੀ ਉਹ ਇੱਕ ਸਾਈਡ ਤੇ ਕਰ ਲਓ। ਬਿਲਕੁਲ ਇਸ ਤਰ੍ਹਾਂ। ਮੈਂ ਕਦੀ ਕਿਸੇ ਨੂੰ ਵੀਡੀਓ ਨਹੀਂ ਜੀ ਜਾਨਵਰਾਂ ਦੀ ਭੇਜੀ। ਦੇਖੋ ਜੀ ਤੁਹਾਡਾ ਆਪਣਾ ਇੱਕ ਇਤਨਾ ਬੜਾ ਬਿਜ਼ਨਸ ਹੈ, ਕਰੋੜਾਂ ਰੁਪਏ ਦਾ ਬਿਜ਼ਨਸ ਹੈ ਬਿਲਕੁਲ। ਉਹ ਲੋਕ ਤਾਂ ਵਿੱਚ ਕਮੈਂਟਸ ਕਰਦੇ ਰਹਿੰਦੇ ਨੇ, ਦਿਲ ਦੁਖਾਉਂਦੇ ਨੇ। ਅਸੀਂ ਦੇਖੋ ਮੇਰੀ ਗੱਲ ਸੁਣੋ, ਕੋਈ ਇੱਕ ਬੱਕਰਾ ਲੈ ਜਾਏਗਾ ਮੈਨੂੰ ਕੀ ਦੇ ਜਾਏਗਾ? 10 20 50 ਹਜ਼ਾਰ ਰੁਪਏ ਦੇਖੋ ਨਾ, ਅਸੀਂ ਯਕੀਨ ਕਰੋ ਭਾਈ ਇਹ ਸਦਕਾ ਜਾਰੀਆ ਸਮਝ ਕੇ ਕਰ ਰਿਹਾ। ਮੈਂ 5-6 ਸਾਲ ਤੋਂ ਲੱਖਾਂ ਰੁਪਏ ਖਰਚ ਕੀਤੇ ਬੈਠਾ ਭਾਈਜਾਨ। ਮੈਂ ਤਾਂ ਪੂਰਾ ਪਾਕਿਸਤਾਨ ਵਿਜ਼ਿਟ ਕਰਦਾ ਔਰ ਮਤਲਬ ਇਹ ਇਲਜ਼ਾਮ ਵੀ ਲਾਓ, ਕੋਈ ਚੰਗਾ ਜਿਹਾ ਲਾਓ ਯਾਰ। ਇਹ ਕਿਹੜਾ? ਅੱਛਾ ਇੱਕ ਗੱਲ ਹੈ ਅਮਰ ਡੋਗਰ ਸਾਹਿਬ, ਸ਼ਰ੍ਹੀ ਤੌਰ ਤੇ ਮੈਨੂੰ ਦੱਸੋ ਜੀ, ਤੁਸੀਂ ਮਿਸਾਲ ਦੇ ਰਿਹਾ ਦੋਸਤਾਂ ਨੂੰ ਸਮਝਾਉਣ ਵਾਸਤੇ। ਤੁਹਾਡਾ ਇਹ ਬੱਕਰਾ ਹੈ ਠੀਕ ਹੈ, ਇਹ ਮੈਂ ਵਿਚਵਾ ਦਿੰਦਾ। ਮੈਂ ਇੱਕ ਮਿਸਾਲ ਦੇ ਰਿਹਾ ਸ਼ਰ੍ਹੀ ਤੌਰ ਤੇ, ਮੈਂ ਵਿਚਵਾ ਦਿੰਦਾ। ਅਗਰ ਮੈਂ ਇੱਕ ਮਿਸਾਲ ਦੇਣਾ, ਉਹਦੇ ਵਿੱਚੋਂ ਤੁਸੀਂ ਪਰਸੈਂਟੇਜ ਮੈਨੂੰ ਦੇ ਦਿੰਦੇ ਹੋ ਜਾਂ ਖਰੀਦਣ ਵਾਲਾ ਦੇ ਦਿੰਦਾ, ਕਿਆ ਇਹ ਗੈਰ ਸ਼ਰ੍ਹੀ ਹੈ? ਨਹੀਂ, ਕੋਈ ਗੈਰ ਸ਼ਰ੍ਹੀ ਨਹੀਂ ਹੈ। ਉਹ ਭਾਈਜਾਨ ਇਹ ਸ਼ਰ੍ਹੀ ਕੰਮ ਹੈ। ਅਗਰ ਇੱਕ ਬੰਦਾ ਅਗਰ ਦੇਖੋ ਤੁਸੀਂ ਪ੍ਰਾਪਰਟੀ ਡੀਲਰ ਵੇਖੋ, ਉਹ ਪਲਾਟ ਸੇਲ ਕਰਦੇ ਨੇ, ਪਰਚੇਜ਼ ਕਰਦੇ ਨੇ। ਹਰਾਮ ਪਤਾ ਕਿਸ ਤਰ੍ਹਾਂ ਹੁੰਦਾ ਹੈ? ਹਾਂਜੀ। ਮੈਂ ਤੁਹਾਨੂੰ ਦੱਸਣਾ, ਦੇਖੋ ਹਰਾਮ ਇਸ ਤਰ੍ਹਾਂ ਹੁੰਦਾ ਹੈ, ਤੁਸੀਂ ਮੇਰੇ ਕੋਲ ਆਉਂਦੇ ਹੋ, ਤੁਸੀਂ ਆ ਕੇ ਮੈਨੂੰ ਕਹਿੰਦੇ ਹੋ ਕਿ ਅਮਰ ਭਈਆ ਬੱਕਰਾ ਕਿੰਨੇ ਦਾ? ਮੈਂ ਤੁਹਾਨੂੰ ਕਹਿੰਦਾ ਜੀ ਬੱਕਰਾ 20 ਲੱਖ ਰੁਪਏ ਦਾ ਜੀ ਠੀਕ ਹੈ। ਤੁਸੀਂ ਕਹਿੰਦੇ ਯਾਰ ਅਮਰ ਭਈ ਤੇਰਾ ਮੇਰਾ 20 ਲੱਖ ਤੇ ਡਨ ਹੋ ਗਿਆ, ਹਾਂਜੀ ਮੈਂ ਜਿੰਨੇ ਦਾ ਮਰਜ਼ੀ ਵੇਚ ਲਾਂ, ਉਹ ਤੁਹਾਡੇ ਹਲਾਲ ਪੈਸੇ ਨੇ। ਠੀਕ ਹੈ ਹਾਂਜੀ। ਤੁਸੀਂ ਮੇਰੇ ਨਾਲ ਪਹਿਲੇ ਇੱਕ ਚੀਜ਼ ਮੁੱਕ ਲਈ, ਜੀ ਬਿਲਕੁਲ। ਜਿੰਨੇ ਦਾ ਮਰਜ਼ੀ ਸੇਲ ਕਰਦੇ ਪਿਓ, ਹਾਂਜੀ ਤੁਹਾਨੂੰ ਜੀ 1,50,000 ਬਾਜਦਾ, ਪਰ ਤੁਹਾਡੇ ਹੱਕ ਹਲਾਲ ਦੇ ਪੈਸੇ ਨੇ। ਬਿਲਕੁਲ ਇਸ ਤਰ੍ਹਾਂ ਹੀ। ਠੀਕ ਹੈ। ਹਾਂ ਇਹ ਜਿਹੜਾ ਹੁੰਦਾ ਹੈ ਨਾ ਕਿ ਕੋਈ ਬੰਦਾ ਤੁਹਾਨੂੰ ਕਹੇ ਕਿ ਮੈਨੂੰ ਅਮਰ ਡੋਗਰ ਕੋ ਜਾ ਕੇ ਬੱਕਰਾ 10 ਲੱਖ ਦਾ ਲੈ ਦੇ, ਤੁਸੀਂ ਆ ਕੇ ਮੈਨੂੰ ਕਹੋ ਯਾਰ ਉਹਨੇ ਤੇ 8 ਲੱਖ ਲਾ ਰਹੀ, ਉਹ 2 ਲੱਖ ਹਰਾਮ। ਉਹ ਆਰਾਮ ਹੈ ਇਸ ਤਰ੍ਹਾਂ ਹੀ ਬਿਲਕੁਲ। ਦੇਖੋ ਅਮਜਦ ਭਾਈ, ਮੈਂ ਬਹੁਤ ਐਕਸਪੈਂਸਿਵ ਜਾਨਵਰ ਰੱਖਦਾ। ਹਾਂਜੀ ਮੈਨੂੰ ਜਿਹਨੇ ਕਾਲ ਕਰਨੀ ਉਹਨੇ ਇਹ ਗੱਲ ਸੇਨ ਚ ਰੱਖ ਕੇ ਕਰਨੀ ਹੈ ਕਿ ਮੇਰੇ ਕੋਲ ਜਾਨਵਰ 2 ਲੱਖ ਤੋਂ ਥੱਲੇ ਕੋਈ ਵੀ ਨਹੀਂ ਹੈਗਾ। ਕੋਈ ਵੀ ਨਹੀਂ ਹੈਗਾ ਬਿਲਕੁਲ ਜੀ। 15-15 20-20 ਲੱਖ ਵਾਲੇ ਜਾਨਵਰ ਨੇ ਇਹ ਜਾਨਵਰ। ਤੁਸੀਂ ਹੁਣ ਵੇਖੋ ਨਾ ਜੀ ਭਾਈਜਾਨ, ਇਹ ਹੁਣ ਤੁਸੀਂ ਕਹੋ ਜੀ ਕਿ ਤੁਹਾਨੂੰ ਕੋਈ 2-4-5 ਲੱਖ ਚ ਮਿਲ ਜਾਏਗਾ, ਮਿਲਦਾ ਇਸ ਤਰ੍ਹਾਂ ਦਾ ਜਾਨਵਰ? ਉਹ ਭਾਈਜਾਨ ਜਿਹੜੀ ਬਲੱਡ ਲਾਈਨ ਹੈ ਉਹ ਆਪ ਵਿਖਾਉਂਦੀ ਹੈ, ਉਹਦੀ ਹਾਈਟ ਹੁੰਦੀ ਹੈ, ਲੈਂਥ ਹੁੰਦੀ ਹੈ, ਸਮਝ ਆਈ? ਸ਼ੌਕ ਵਾਲੇ ਜਾਨਵਰ ਨੇ ਨਾ। ਇਸ ਫੀਲਡ ਦੇ ਵਿੱਚ ਇਹੋ ਜਿਹੇ ਲੋਕੀ ਵੇਖੇ ਨੇ, ਅੱਲਾ ਜਾਣਦਾ ਜੇ ਕਿ ਲੋਕੀ ਕਹਿ ਦਿੰਦੇ ਨੇ ਮੇਰੀਆਂ ਫੈਕਟਰੀਆਂ ਨੇ, ਹਾਂਜੀ ਮੇਰੇ ਫਾਰਮ ਨੇ, ਬਿਲਕੁਲ। ਬਿੱਲੀ ਦਾ ਕੰਨ ਵੀ ਨਹੀਂ ਹੁੰਦਾ ਉਹਨਾਂ ਦੇ ਕੋਲ। ਉਹ ਕਿਰਾਏ ਦੇ ਮਕਾਨ ਤੇ ਰਹਿ ਰਹੇ ਹੁੰਦੇ ਨੇ ਭਾਈਜਾਨ, ਹਾਂਜੀ ਸਮਝ ਆਈ? ਠੀਕ ਹੈ ਨਾ। ਦੇਖੋ ਅਮਜਦ ਭਾਈ ਇਸ ਤਰ੍ਹਾਂ ਨਹੀਂ ਹੁੰਦਾ, ਕਿਸੇ ਨੂੰ ਪੁਆਇੰਟ ਆਊਟ ਨਹੀਂ ਕਰਨਾ ਚਾਹੀਦਾ। ਬਿਲਕੁਲ। ਇੱਕ ਮਿਸਾਲ ਹੈ, ਤੁਸੀਂ ਅਗਰ ਮੇਰੇ ਕੋਲ ਆਉਂਦੇ ਹੋ, ਇਹ ਸਾਡੀ ਅਸੀਂ ਆਉਂਦੇ ਅਸੀਂ ਵੀਡੀਓ ਬਣਾਉਂਦੇ ਆ, ਚਲੋ ਜੀ ਇੱਕ ਮਿਸਾਲ ਹੈ YouTube ਪੈਸੇ ਦੇ ਰਿਹਾ ਜੀ ਜੀ ਕਿ ਬਿਲਡਿੰਗਾਂ ਖੜੀਆਂ ਕਰ ਲਈਆਂ YouTube ਦੇ ਪੈਸੇ। ਉਹ ਭਾਈ ਜੀ ਮੈਂ ਤੁਹਾਨੂੰ ਦੱਸਾਂ, ਮੈਂ 5 ਸਾਲ ਚ ਮੈਂ ਹਲਫ ਦੇ ਰਿਹਾ 1 ਰੁਪਿਆ ਮੈਨੂੰ ਨਹੀਂ ਆਇਆ। ਹਲਫ ਦੇ ਦਿੱਤਾ, ਇਸ ਤੋਂ ਬਾਅਦ ਕੋਈ ਗੱਲ ਹੈ? ਤੁਸੀਂ ਮੇਰੇ ਕੋਲ ਹੁਣ ਆਏ ਹੋ, 1000 ਖਰਚ ਕਰਕੇ ਆਏ ਹੋ ਨਾ। ਭਾਈਜਾਨ ਮੈਂ ਇਹ ਤਾਂ ਤੁਹਾਡੇ ਕੋਲ ਇੱਥੇ ਤਾਂ ਆਇਆ ਨਾ, ਮੈਂ ਬਹਾਵਲਪੁਰ, ਬਹਾਵਲ ਨਗਰ,
ਇਸਲਾਮਾਬਾਦ ਪਿੰਡੀ ਪਤਾ ਨਹੀਂ ਮੈਂ ਪਾਕਿਸਤਾਨ ਦਾ ਸ਼ਹਿਰ ਛੱਡੇ ਕੋਈ ਨਹੀਂ ਭਾਈਜਾਨ ਜਿੱਥੇ ਮੈਂ ਨਹੀਂ ਗਿਆ ਵੀਡੀਓ ਦੋ ਲਗਾਈਆਂ ਨੇ ਦੋ ਤਿੰਨ ਦੋ ਪਿੱਛੇ ਤਲਾਕਾਂ ਦੀਆਂ ਜੀ ਜੀ ਮੇਰਾ ਅੱਲਾ ਜਾਣਦਾ ਨੇ ਉਹ ਸ਼ੌਕ ਦੇਖ ਕੇ ਪਾਕਿਸਤਾਨ ਦੇ ਵਿੱਚ ਆਪਣੇ ਸ਼ੌਕ ਤੋਂ ਇਲਾਵਾ ਜੀ ਅਗਰ ਮੈਨੂੰ ਕਿਸੇ ਦਾ ਮਜ਼ਾ ਆਇਆ ਨਾ ਉਹ ਸ਼ੌਕ ਦਾ ਮਜ਼ਾ ਆਇਆ ਮੈਂ ਮਲਕ ਫੈਜ਼ਾਨ ਨੂੰ ਕਾਲ ਕੀਤੀ ਸੀ ਫੈਜ਼ਾਨ ਗੋਟ ਫਾਰਮ ਤੇ ਵਾਕਈ ਗੱਲ ਹੈ ਮੈਂ ਗਿਆ ਬਿਲਕੁਲ ਮਜ਼ਾ ਯਕੀਨ ਕਰੋ ਅਮਰ ਡੋਗਰ ਸਾਹਿਬ ਚੱਸ ਆ ਗਈ ਜਨਾਬ ਬੰਦੇ ਜਿਹੜੇ ਸ਼ੌਕ ਮੈਂ ਕੀਤਾ ਫੈਜ਼ਾਨ ਨੂੰ ਕਾਲ ਕੀਤੀ ਸੀ ਅੱਛਾ ਤੇ ਮੈਂ ਫੈਜ਼ਾਨ ਨੂੰ ਬੱਕਰੇ ਦਾ ਰੇਟ ਪੁੱਛਿਆ ਫੈਜ਼ਾਨ ਨੇ ਮੈਨੂੰ ਬੱਕਰੇ ਦਾ ਰੇਟ ਦੱਸਿਆ ਮੈਨੂੰ ਕਹਿੰਦੇ ਤੁਸੀਂ ਕੌਣ ਸਾਹਿਬ ਬੋਲ ਰਹੇ ਹੋ ਅੱਛਾ ਮੈਂ ਕਹਿੰਦੀ ਮੈਂ ਉਹ ਬੋਲ ਰਿਹਾ ਜਿਨ੍ਹਾਂ ਨੂੰ ਮਲਕ ਹਮਜ਼ਾ ਸਾਹਿਬ ਨੇ ਪੁਆਇੰਟ ਆਊਟ ਕੀਤਾ ਸੀ ਕਿ ਇਹ ਵੀਡੀਓ ਤੁਹਾਡੇ ਵਾਸਤੇ ਵੀਡੀਓ ਤੁਹਾਡੇ ਵਾਸਤੇ ਉਹਨੇ ਯਕੀਨ ਕਰੋ ਮੇਰੇ ਨਾਲ ਬੜੇ ਪਿਆਰ ਨਾਲ ਗੱਲ ਕੀਤੀ ਹਾਲਾਂਕਿ ਉਹ ਛੋਟਾ ਜਿਹਾ ਬੱਚਾ ਹੈ ਉਹ ਇਤਨੀ ਉਮਰ ਨਹੀਂ ਉਹਨੇ ਉਸਦੀ ਮੇਰੇ ਨਾਲ ਇਸ ਤਰ੍ਹਾਂ ਗੱਲ ਕੀਤੀ ਕਿ ਜਿਸ ਤਰ੍ਹਾਂ ਕੋਈ ਕਿਤੇ ਮਤਲਬ ਕਿ ਤੁਸੀਂ ਕਹਿੰਦੇ ਪੀਰ ਫਕੀਰ ਨਾਲ ਬੰਦਾ ਗੱਲ ਕਰਦਾ ਉਹਨੇ ਮੈਨੂੰ ਫੋਨ ਤੇ ਇੰਨੀ ਇੱਜ਼ਤ ਦਿੱਤੀ ਬੜੀ ਗੱਲ ਹੈ ਬੜੀ ਗੱਲ ਇਨਸ਼ਾਅੱਲਾ ਤਾਲਾ ਅਸੀਂ ਤੁਸੀਂ ਮੈਂ ਹਾਂਜੀ ਮਲਕ ਫੈਜ਼ਾਨ ਕੋਲ ਇਨਸ਼ਾਅੱਲਾ ਵਿਜ਼ਿਟ ਕਰਾਂਗੇ ਇਨਸ਼ਾਅੱਲਾ ਜਾਨਵਰ ਖਰੀਦਣਾ ਨਾ ਖਰੀਦਣਾ ਬਾਅਦ ਬਿਲਕੁਲ ਦੇਖੋ ਜਦੋਂ ਅਸੀਂ ਉਹਦਾ ਜਾਨਵਰ ਤੇ ਜਾ ਕੇ ਮੱਥਾ ਚੁਮਾਂਗੇ ਨਾ ਹਾਂਜੀ ਇੱਥੋਂ ਮੇਰਾ ਲੱਖ ਖਰਚਾ ਹੋਇਆ 50,000 ਖਰਚਾ ਅੱਲਾ ਜਾਣਦਾ ਜੇ ਮੈਂ ਸਿਰਫ ਅਗਰ ਪਰਸੋਂ ਵੀਡੀਓ ਵੇਖੀ ਮੈਂ ਸਿਰਫ ਟਾਈਮ ਦੀ ਵਜ੍ਹਾ ਤੋਂ ਇੱਥੇ ਖੜਾ ਹਾਂ ਹਾਂਜੀ ਕਿ ਮੈਨੂੰ ਟਾਈਮ ਨਹੀਂ ਮਿਲਿਆ ਜੀ ਨਹੀਂ ਤੇ ਮੈਂ ਹੁਣ ਤੱਕ ਉਹਦੇ ਜਾਨਵਰ ਵੇਖਾਂ ਨਹੀਂ ਸਰ ਸਾਰੇ ਜਾਵਾਂਗੇ ਇਨਸ਼ਾਅੱਲਾ ਸਾਡਾ ਇਲਾਕਾ ਹੈ ਤਲਾਗੰਗ ਔਰ ਬੜੇ ਬੜੇ ਸ਼ੌਕੀਨ ਲੋਕ ਉਹਨਾਂ ਦੇ ਜਾਨਵਰਾਂ ਨੂੰ ਲੰਬੀ ਜ਼ਿੰਦਗੀ ਸਿਹਤ ਤੰਦਰੁਸਤੀ ਦੇਵੇ ਆਮੀਨ ਨਿਆਬ ਜਾਨਵਰ ਨੇ ਅਗਰ ਕੋਈ ਦੋਸਤ ਦੇਖੋ ਮੈਂ ਉਹਨਾਂ ਕੋਲੋਂ ਕੋਈ ਕਮਿਸ਼ਨ ਨਹੀਂ ਲੈਣੀ ਹਾਂਜੀ ਲੇਕਿਨ ਅਗਰ ਕੋਈ ਦੋਸਤ ਬਹੁਤ ਅੱਛੀ ਕੁਰਬਾਨੀ ਕਰਨਾ ਚਾਹੁੰਦਾ ਹੈ ਹਾਂਜੀ। ਤੇ ਮੈਂ ਆਪਣੇ ਐਨੀਮਲ ਨਾਲੋਂ ਪਹਿਲੇ ਉਹਨਾਂ ਦੇ ਜਾਨਵਰ ਰეკਮੈਂਡ ਕਰਨਾ ਉਹ ਮੇਰੇ ਜਾਨਵਰਾਂ ਨਾਲੋਂ ਬਹੁਤ ਖੂਬਸੂਰਤ ਫੈਜ਼ਾਨ ਗੋਟ ਫਾਰਮ ਤਲਾਗੰਗ ਮੇਰਾ ਬਿਲਕੁਲ ਅੰਮ੍ਰਿਤਸਰੀਆਂ ਦਾ ਸ਼ੌਕ ਹੈ ਹਾਂਜੀ। ਮੇਰਾ ਹੈਵੀਵੇਟ ਦਾ ਸ਼ੌਕ ਹੈ ਉਹ ਖੂਬਸੂਰਤੀ ਜੇ ਐਸੇ ਐਸੇ ਨਿਆਬ ਜਾਨਵਰ ਨੇ ਉਹ ਹਾਂਜੀ। ਮੈਂ ਕੱਲ ਤੁਹਾਡੀ ਅਬਲਗ ਦੀ ਤੇ ਉਸ ਇੱਕ ਦਿਨ ਪਹਿਲੇ ਬੱਕਰੇ ਦੇਖਣਾ ਬਲਕਿ ਅੱਜ ਸਵੇਰ ਤੁਸੀਂ ਵੀਡੀਓ ਲਗਾਈ ਹੈ ਅੱਜ ਇੱਕ ਵੀਡੀਓ ਲਗਾਈ ਇਨਸ਼ਾਅੱਲਾ ਬੱਕਰਾ ਆਊਟਸਟੈਂਡਿੰਗ ਅੱਛਾ ਅਮਰ ਡੋਗਰ ਸਾਹਿਬ ਤੁਸੀਂ ਵੇਖੋ ਯਕੀਨ ਕਰੋ ਉਹ ਉਹਨਾਂ ਨੇ ਕਿਹਾ ਜੀ ਅਸੀਂ ਚੈਲੰਜ ਕਰਦੇ ਹਾਂ ਜੀ 50 ਇੰਚ 70 ਲੰਬਾ ਤੇ ਇੰਚ ਟੇ ਮਾਰਨੇ ਇੱਥੇ ਅੱਛਾ ਉਹ ਮੈਨੂੰ ਕੋਈ ਗੱਲ ਉਹਨਾਂ ਦੀ ਸਮਝ ਨਹੀਂ ਜਦੋਂ ਉਹਨੇ ਕਹਿੰਦੀ ਜੀ 6 ਦੰਦ ਮੈਂ ਕਿਹਾ ਜੀ ਦੰਦ ਵਿਖਾਓ ਮੈਂ ਦੰਦ ਵਿਖਾਓ ਤੁਸੀਂ ਹੱਥ ਅੱਛਾ ਪਿੱਛੇ ਕਰਾਇਆ ਬਗੈਰ। ਮੈਂ ਹੱਥ ਪਿੱਛੇ ਕਰਾ ਪਰ ਦੇਖੋ ਨਹੀਂ ਅਸੀਂ ਜ਼ਿੰਮੇਵਾਰੀ ਨਾਲ ਵੀਡੀਓ ਬਣਾਣੇ ਨੇ ਭਾਈਜਾਨ ਸਾਡੇ ਇਸ ਉਹਨਾਂ ਦਾ ਬਹੁਤ ਅੱਛਾ ਸ਼ੌਕ ਹੈ ਹੁਣ ਮੈਨੂੰ ਕੋਈ ਬੰਦਾ ਕਹੇ ਕਿ ਮੈਂ ਉਹਨਾਂ ਦੇ ਕੋਲੋਂ ਕਮਿਸ਼ਨ ਲੈਣੀ ਮੇਰਾ ਅੱਲਾ ਜਾਣਦਾ ਜੇ 2 ਮਿੰਟ ਦੀ ਕਾਲ ਹੋਈ ਉਸ 2 ਮਿੰਟ ਦੀ ਕਾਲ ਦੇ ਵਿੱਚ ਉਸ ਬੱਚੇ ਨੇ ਮੈਨੂੰ ਜਿੰਨੀ ਇੱਜ਼ਤ ਦਿੱਤੀ ਉਹਨੇ ਮੇਰਾ ਦਿਲ ਜਿੱਤ ਲਿਆ ਬਿਲਕੁਲ ਇਸ ਤਰ੍ਹਾਂ ਬਲਕਿ ਮੈਂ ਉਹਨੂੰ ਕਿਹਾ ਮੈਂ ਸੰਡੇ ਵਾਲੇ ਤੇਰੇ ਕੋਲ ਆਣਾ ਹੈ ਹਾਂਜੀ। ਜਦ ਭਾਈ ਉਹਨੇ ਮੈਨੂੰ ਰਾਤੀ ਮੈਸੇਜ ਕੀਤਾ ਉਹਨੇ ਕਿਹਾ ਅਮਰ ਭਾਈ ਮੈਂ ਮਦਰਸੇ ਜਾ ਰਿਹਾ ਵਾਂ ਹਾਂਜੀ ਅਗਰ ਤੁਸੀਂ ਆਣਾ ਹੋਏਗਾ ਤੇ ਤੁਸੀਂ ਅੱਬਾ ਜੀ ਨਾਲ ਰਾਬਤਾ ਕਰ ਲੈਣਾ ਜੀ। ਯਾਨੀ ਕਹਿੰਦਾ ਮਤਲਬ ਕਿ ਉਸ ਬੱਚੇ ਨੂੰ ਯਾਦ ਹੈ ਕਿ ਮੈਨੂੰ ਫੋਨ ਕੀਤਾ ਮੈਂ ਉਹਨੂੰ ਫੋਨ ਕੀਤਾ ਬਿਲਕੁਲ ਤੇ ਬੜੀ ਮਜ਼ਾ ਜ਼ਿੰਮੇਵਾਰੀ ਆਉਂਦਾ ਕਿ ਅਗਰ ਕੋਈ ਇਸ ਲੈਵਲ ਦਾ ਸ਼ੌਕੀਨ ਤੁਹਾਨੂੰ ਯਾਦ ਰੱਖੇ ਮੇਰੇ ਨਾਲੋਂ ਬਹੁਤ ਅੱਛੇ ਸ਼ੌਕੀਨ ਨੇ ਜੀ ਮੈਂ ਕਹਿਣਾ ਜੀ ਤੁਹਾਨੂੰ ਇਨਸ਼ਾਅੱਲਾ ਲੈ ਕੇ ਜਾਵਾਂਗੇ ਅਗਰ ਮੈਂ ਅੰਮ੍ਰਿਤਸਰੀਆਂ ਦੇ ਵਿੱਚ ਮਤਲਬ ਕੰਮ ਕਰ ਰਿਹਾ ਹਾਂ ਅਲਹਮਦੁਲਿਲਾ ਪਾਕਿਸਤਾਨ ਲੈਵਲ ਤੇ ਉਹ ਐਸ ਬਰੀਡ ਤੇ ਕੰਮ ਕਰਦੇ ਨੇ ਰਾਜਨਪੁਰੀ ਜਾਂ ਮੱਖੀ ਚੀਨਾ ਜੀ। ਆਊਟਸਟੈਂਡਿੰਗ ਉਹਨਾਂ ਦੇ ਜਾਨਵਰ ਦੇ ਬਾਰੇ ਮੇਰੇ ਕੋਲ ਕੋਈ ਕਮੈਂਟਸ ਨਹੀਂ ਹੈਗਾ ਬਹੁਤ ਜ਼ਬਰਦਸਤ ਉਹਨਾਂ ਜਾਨਵਰ ਦੀ ਸ਼ਾਨ 'ਚ ਮੈਂ ਜਿਹੜੀ ਗੱਲ ਵੀ ਕਰਾਂਗਾ ਨਾ ਉਹ ਬਹੁਤ ਛੋਟੀ ਮੈਂ ਕਹਿਣਾ ਜੀ ਮੈਂ ਅਮਰ ਡੋਗਰ ਸਾਹਿਬ ਜਦੋਂ ਮੈਂ ਵੀਡੀਓ ਬਣਾਈ ਨਾ ਵੇਖੇ ਜਾਨਵਰ ਤੇ ਯਕੀਨ ਕਰੋ ਮੈਨੂੰ ਮਜ਼ਾ ਆ ਗਿਆ ਮਜ਼ਾ ਆ ਗਿਆ ਕਿ ਮੈਂ ਉਹਨਾਂ ਦੇ ਜਾਨਵਰ ਦੀ ਜਿੰਨੀ ਵੀ ਤਾਰੀਫ ਕਰਾਂਗਾ ਨਾ ਅਮਜਦ ਭਾਈ ਲਫ਼ਜ਼ ਛੋਟੇ ਨੇ ਜੀ ਬਹੁਤ ਮਜ਼ਾ ਆਇਆ ਵੀਡੀਓ ਦਾ ਇਖਤਤਾਮ ਕਰਦੇ ਜੀ ਦੋਸਤੋ ਮਿਲਦੇ हैं एक खूबसूरत वीडियो ना मेरी गल याद रखना दोस्तों अच्छा कमेंट ਇਨਸਾਨ ਦੀ ਬਲੱਡ ਲਾਈਨ ਜਿਹੜੀ ਉਹਦੀ ਵਜ਼ਾਹਤ ਕਰਦਾ ਮੇਰੀ ਗੱਲ ਯਾਦ ਰੱਖਣਾ ਬੰਦਿਆਂ ਦੀ ਬਲੱਡ ਲਾਈਨ ਯਕੀਨ ਕਰੋ ਹੁਣ ਮੇਰੇ ਬਾਰੇ ਨਾ ਉਹ ਇੱਕ ਦੋ ਜਨਾਬ ਉਹ ਵੀਡੀਓ ਕੋ ਸੁਣਿਆ ਆਈਆਂ ਜਨਾਬ ਤੇ ਉਹ ਮੈਂ ਆਮਰ ਸਾਹਿਬ ਯਕੀਨ ਕਰੋ ਮੈਂ ਕਹਿਣਾ ਕਿ ਯਾਰ ਸਾਡੀ ਅਸੀਂ ਕਿਸੇ ਨੂੰ ਕੀ ਜਵਾਬ ਦੇਣਾ ਕਦ ਲਈ ਜਵਾਬ ਦਈਏ ਉਹਨਾਂ ਦਾ ਸਾਡਾ ਮਤਲਬ ਹੈ ਉਹ ਮਿਆਰ ਉਹ ਸਟੈਂਡਰਡ ਹੀ ਨਹੀਂ ਅੱਛੇ ਅਲਫਾਜ਼ ਨਾਲ ਕਮੈਂਟ ਕਰਿਆ ਕਰੋ ਯਕੀਨ ਕਰੋਗੇ ਮੈਨੂੰ ਸਾਰਾ ਦਿਨ ਲੋਕੀ ਪਤਾ ਨਹੀਂ ਕੀ ਕੁਝ ਮੇਰੇ ਚੈਨਲ ਤੇ ਕਹਿੰਦੇ ਹਾਂ ਜੀ ਲੇਕਿਨ ਮੈਂ ਕਿਸੇ ਦਾ ਮੈਨੂੰ ਕੋਈ ਗਰਜ਼ ਨਹੀਂ ਹੈਗਾ ਬਿਲਕੁਲ ਇਸ ਤਰ੍ਹਾਂ ਹੀ ਮੈਨੂੰ ਅਲਹਮਦੁਲਿਲਾ ਮੈਂ ਘਰੋਂ ਨਿਕਲਣਾ ਵਾ ਇੱਥੇ ਆਣਾ ਵਾ ਜਿੰਨਾ ਪਿਆਰ ਮੈਨੂੰ ਮੇਰੇ ਘਰ ਦੇ ਮੇਰੇ ਭਰਾ ਨੇ ਜਿਹੜੇ ਮੇਰੇ ਕੰਮ ਕਰਦੇ ਮੇਰੇ ਬੱਚੇ ਨੇ ਜੀ ਬਿਲਕੁਲ ਯਕੀਨ ਕਰੋਗੇ ਮੈਂ ਇੱਥੇ ਆਣਾ ਵਾ ਦੇਖੋ ਇੱਕ ਮਿਸਾਲ ਮੇਰਾ ਸ਼ੋਰੂਮ ਦੇ ਦੇਖੋ ਮੇਰਾ ਹੁਲੀਆ ਲੇਕਿਨ ਮੈਂ ਜਾਨਵਰ ਹੀ ਖੜਾ ਵਾ ਬਿਲਕੁਲ ਸਹੀ ਇਹ ਜਿਹੜੇ 2 ਘੰਟੇ ਹੁੰਦੇ ਨੇ ਨਾ ਇਹ ਬੈਸਟ ਟਾਈਮ ਹੁੰਦਾ ਮੇਰੀ ਲਾਈਫ ਦਾ ਆਹੋ ਬੜਾ ਸਕੂਨ ਮਿਲਦਾ ਉਹ ਯਾਰ ਇੱਕ ਸੰਡੇ ਹੁੰਦਾ ਮੈਂ ਦੇਖੋ ਨਾ ਅਮਰ ਭਾਈ ਹੁਣ ਸੰਡੇ ਦੇ ਵਿੱਚ ਮੇਰੀ ਹਮਸ਼ੀਰਨ ਮੈਨੂੰ ਕਾਲ ਕੀਤੀ ਜੀ ਆਣਾ ਮੈਂ ਕਿਹਾ ਜੀ ਆਵਾਂਗਾ ਲੇਕਿਨ ਮੈਂ ਤੁਹਾਡੇ ਕੋਲ ਸ਼ਾਮ ਨੂੰ ਆਵਾਂਗਾ ਇਹ ਬੱਕਰੇ ਨੂੰ ਸੀ ਹੁਣ ਪਿੰਨੀ ਦਿੱਤੀ ਜੇ ਅੱਛਾ ਥੋੜੀ ਦੇਰ ਪਹਿਲੇ ਇਹ ਲੇਟਅਪ ਹੈ ਤੂੰ ਪੇ ਕਿਵੇਂ ਸਕੂਨ ਨਾਲ ਬਹਿ ਗਿਆ ਬਿਲਕੁਲ ਇਸ ਤਰ੍ਹਾਂ ਸਾਰੇ ਬੱਕਰੇ ਉਗਾਲੀ ਪਏ क्या बात है माशाल्लाह जी बड़ा खूबसूरत शौक है दोस्तों वीडियो अख्ताम करते जी मिलते हैं नेक्स्ट खूबसूरत जी प्यारी दी वीडियो ना हर वीडियो के थले कमेंट करा करो अल्लाह हाफिज़।